तुमरी कृपा मैं सुख कनेरे कोई न जाने। तुमरा अंत ऊंचे ते ऊंचा भगवंत। सगल समगरी तुमरै सूतर धारी। तुम ते होए सो आज्ञाकारी। तुमरी गत मित तुम ही जानी। नानक दास सदा कुर्बानी। देन हार प्रभ छोड़ के लागे आन सुहाए। नानक कहू न सिजई बिन नावे पत जाए। सुखाओ हटल गुर सेविए ऐनस सहज सुहाए। दर्शन परसिया गुरु के जन्म मरण दुख जाए। होवै सिफत संबंधी नुहरे सो कुरसों चटिया। तुध डिठे सचे पातशाह माल जन्म जन्म दी कटिया। तुध डिठे सचे पातशाह माल जन्म जन्म दी कटिया। सतनाम श्री वाहिगुरु साहिब जीओ। सोरठ महला पंजवा। गुर पूरे चरनी लाया। हर संग सहाई पाया। जय जाइए तहाँ सुहेले। कर कृपा प्रभ मिले। गुण गावो सदा सुभाई। मन चिंदे सगले फल पाओ। जी कै संग सहाई। गुर पूरे चरनी लाया। वाहिगुरु जी का खालसा वाहिगुरु जी की फतेह। कृपा निधान चवर तख्त संघासन दे मालक सतगुरु गुरु ग्रंथ साहिब जियां दी पवित्र पावन हजूरी अंदर सुभाएमान हो रही गुरु की संगत आप संगतां ने अमृत वेले तो सतगुरां दी गुरबाणी पढ़ के सुन के इस मनुखा जन्म दियां घड़ियां दे लाभ प्राप्त किते। मनुखा जन्म नूं सफला बनाउण दा यतन कीता है। इस वेले आपां लड़ीवार गुरबाणी की जो कथा सतगुरु जी सानू शब्द दर शब्द बख्शिश करदे तिसदी विचार दे नाल जुड़न दा समा प्राप्त होया। आओ अपने मन के ध्यान नूं टकाइए। भावना दे नाल सतगुरां दी इस पवित्र गुरबाणी नूं सरवण करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। सोरठ महला पंजवा। पंचम पातशाह शहीदां दे सरताज गुरु अर्जन देव पातशाह महाराज जी अज दा सानू मुखवाक बख्शिश कर रहे हैं। 623 अंग के उपर महाराज जियां ने शब्द नूं लिखिया है। बचपन दे विच ही अपने नाना सतगुरु दीयां खुशियां प्राप्त करदियां होया ये वर प्राप्त कर लिया। दोए था बाणी का बोए था। बाणी दे जहाज ये बचन जिहड़े सन गुरु अमरदास पातशाह दे मुखों निकले
ਉਹਨਾਂ ਬਚਨਾਂ ਨੂੰ ਸਾਕਾਰ ਕਰਦਿਆਂ ਸਫਲਾ ਕਰਦਿਆਂ ਹੋਇਆਂ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੀ ਬੇਅੰਤ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਦਰਜ ਹੈ। ਇਹ ਜੋ ਸ਼ਬਦ ਆਪਾਂ ਅੱਜ ਸਰਵਨ ਕਰਨ ਜਾ ਰਹੇ ਹਾਂ, ਇਹ ਵੀ ਸ਼ਬਦ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਗੁਰਪੂਰੈ ਚਰਨੀ ਲਾਇਆ, ਜਿਹੜਾ ਪੂਰਾ ਗੁਰੂ ਹੈ ਅਤੇ ਉਸ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜਿਹੜਾ ਸਿੱਖ ਲੱਗ ਗਿਆ, ਪੂਰੇ ਗੁਰੂ ਦੀ ਪ੍ਰਾਪਤੀ ਕਰਨ ਵਾਸਤੇ ਪਹਿਲਾਂ ਪੂਰਾ ਗੁਰੂ ਲੱਭਣਾ ਪਵੇਗਾ। ਪੂਰੇ ਗੁਰੂ ਦੇ ਗੁਣ ਜਾਣਨੇ ਪੈਣਗੇ। ਭਗਤ ਜਨਾਂ ਨੇ, ਗੁਰਸਿੱਖਾਂ ਨੇ, ਭੱਟਾਂ ਨੇ ਗੁਰਬਾਣੀ ਦੇ ਬੇਅੰਤ ਸ਼ਬਦਾਂ ਵਿੱਚ ਇਹ ਬਖਸ਼ਿਸ਼ ਕੀਤੀ ਹੈ ਕਿ ਪਖੰਡੀ ਦੇ ਕੋਲ ਜਾਂ ਝੂਠੇ ਗੁਰੂ ਦੇ ਕੋਲ ਜਾਣ ਕਰਕੇ ਕੀ ਨੁਕਸਾਨ ਹੁੰਦਾ ਔਰ ਪੂਰਿਆਂ ਗੁਰਾਂ ਦੇ ਕੋਲ ਆਉਣ ਕਰਕੇ ਕੀ ਲਾਭ ਹੁੰਦਾ ਹੈ। ਸਤਿਗੁਰੂ ਇੱਥੇ ਬਖਸ਼ਿਸ਼ ਬਚਨ ਕਰ ਰਹੇ ਨੇ, ਗੁਰਪੂਰੇ, ਗੁਰੂ ਪੂਰਾ ਹੋਣਾ ਚਾਹੀਦਾ, ਸਮਰੱਥ ਹੋਣਾ ਚਾਹੀਦਾ। ਗੁਰੂ ਇਸ ਤਰ੍ਹਾਂ ਦਾ ਪੂਰਾ ਹੋਵੇ ਜਿਵੇਂ ਭਾਈ ਮਰਦਾਨਾ ਜੀ ਕੌਡੇ ਰਾਖਸ਼ ਦੀ ਗ੍ਰਿਫਤ ਵਿੱਚ ਆ ਗਏ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੂੰ ਯਾਦ ਕੀਤਾ। ਜਿਸ ਵੇਲੇ ਯਾਦ ਕੀਤਾ ਤੇ ਮਹਾਰਾਜ ਆਪਣੇ ਧਿਆਨ ਵਿੱਚ ਬੈਠੇ ਸਨ, ਭਾਈ ਬਾਲਾ ਜੀ ਸੇਵਾ ਕਰਦੇ ਪਏ, ਸਤਿਗੁਰੂ ਜੀ ਮੁਸਕਰਾ ਪਏ ਤੇ ਉਸ ਵੇਲੇ ਭਾਈ ਬਾਲਾ ਜੀ ਨੇ ਪੁੱਛਿਆ, ਕਹਿਣ ਲੱਗਾ, ਮਹਾਰਾਜ ਆਪ ਜੀ ਦੇ ਮੁਸਕਰਾਉਣ ਦਾ ਕਾਰਨ ਕੀ ਹੈ? ਤੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਾ ਜੀ ਆਪਣਾ ਸਾਥੀ ਇੱਕ ਬੜੇ ਵੱਡੇ ਰਾਖਸ਼ ਨੇ, ਇੱਕ ਦੈਂਤ ਨੇ ਪਕੜ ਲਿਆ ਹੈ। ਉਸਨੇ ਤੇਲ ਦਾ ਕੜਾਇਆ ਤਲਿਆ ਹੋਇਆ, ਬਾਲਿਆ ਹੋਇਆ ਤੇ ਉਹਦੇ ਵਿੱਚ ਉਹ ਤਲ ਕੇ ਖਾਣ ਲੱਗਾ ਹੈ। ਤੇ ਉਸ ਵੇਲੇ ਫਿਰ ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਛੇਤੀ ਚੱਲੀਏ, ਜਾ ਕੇ ਬਚਾ ਲਈਏ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਭਾਈ ਮਰਦਾਨੇ ਅਤੇ ਬਾਲੇ ਦੀ ਬੇਨਤੀ ਸੁਣਦਿਆਂ ਹੋਇਆਂ ਝੱਟ ਉਸ ਜਗ੍ਹਾ 'ਤੇ ਪਹੁੰਚ ਕੇ ਮਹਾਰਾਜ ਸਾਹਿਬ ਜੀ ਨੇ ਰੱਖਿਆ ਕੀਤੀ ਹੈ। ਸੋ ਇਹ ਹੈ ਪੂਰੇ ਗੁਰੂ ਦੀ ਨਿਸ਼ਾਨੀ। ਜੈ ਜੈ ਸੇਵਕ, ਜੈ ਜੈ ਸਤਿਗੁਰਾਂ ਦਾ ਬਚਨ ਗੁਰਬਾਣੀ ਦੇ ਅੰਦਰ ਕਿ ਜਿੱਥੇ ਜਿੱਥੇ ਕੋਈ ਗੁਰੂ ਨੂੰ ਯਾਦ ਕਰਦਾ, ਉੱਥੇ ਉੱਥੇ ਗੁਰੂ ਪਰਮਾਤਮਾ ਉਹਨਾਂ ਦੀ ਸਹਾਇਤਾ ਵਾਸਤੇ ਪਹੁੰਚ ਜਾਂਦਾ ਹੈ। ਐਸੀ ਬਖਸ਼ਿਸ਼ ਉਹਨਾਂ ਸਿੱਖਾਂ ਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਪੂਰੇ ਗੁਰੂ ਦੇ ਲੜ ਲੱਗੇ। ਦੂਸਰੇ ਪਾਸੇ ਜਿਹੜੇ ਅਧੂਰੇ ਗੁਰੂ ਨੇ, ਪਖੰਡੀ ਨੇ, ਉਹ ਮੁਸੀਬਤ ਪੈਣ ਦੇ ਉੱਪਰ ਬਚਾਅ ਕਰਨਾ, ਹਿਫਾਜ਼ਤ ਕਰਨੀ, ਸਹਾਇਤਾ ਕਰਨੀ ਤੇ ਦੂਰ ਦੀ ਗੱਲ ਹੈ, ਸਗੋਂ ਮੁਸੀਬਤ ਪੈਣ 'ਤੇ ਆਪਣਾ ਕਿਨਾਰਾ ਕਰ ਜਾਂਦੇ, ਪਾਸਾ ਕਰ ਦਿੰਦੇ, ਉਹਨਾਂ ਦੀ ਲੋੜ ਵਿੱਚ ਨਹੀਂ ਆਉਂਦੇ, ਉਹਨਾਂ ਦੀ ਮਦਦ ਵਿੱਚ ਨਹੀਂ ਆਉਂਦੇ। ਸੋ ਉਹਨਾਂ ਦੇ ਨਾਲ ਮਿਲ ਕੇ ਸਮਾਂ ਬਰਬਾਦ ਹੋ ਗਿਆ ਮਨੁੱਖਾ ਜਨਮ ਦਾ, ਪ੍ਰਾਪਤੀ ਪਰ ਕੁਝ ਨਹੀਂ ਹੋਈ ਹੈ। ਮਹਾਰਾਜ ਇੱਥੇ ਬਚਨ ਕਰਦੇ ਕਹਿਣ ਲੱਗੇ, ਜੈ ਜੈ ਸੰਤ ਅਰਾਧੇ ਤਹਿ ਤਹਿ ਪ੍ਰਗਟਾਇਆ। ਜਿੱਥੇ ਜਿੱਥੇ ਸਾਧੂ ਯਾਦ ਕਰਦੇ ਪਰਮਾਤਮਾ ਨੂੰ, ਉੱਥੇ ਉੱਥੇ ਪ੍ਰਗਟ ਹੋ ਕੇ ਰੱਖਿਆ ਕਰਦਾ। ਪਰ ਪੂਰੇ ਗੁਰੂ ਦੇ ਜ਼ਰੀਏ ਜਿਨ੍ਹਾਂ ਨੂੰ ਗੁਰੂ ਪੂਰਾ ਮਿਲ ਗਿਆ ਹੈ, ਉਹਨਾਂ ਨੂੰ ਇਹ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ। ਪਾਤਸ਼ਾਹ ਕਹਿਣ ਲੱਗੇ, ਗੁਰ ਪੂਰਾ ਚਰਨੀ ਲਾਇਆ, ਜਿਨ੍ਹਾਂ ਨੂੰ ਪੂਰਿਆਂ ਗੁਰਾਂ ਨੇ ਆਪਣੇ ਚਰਨਾਂ ਦੇ ਨਾਲ ਲਾ ਲਿਆ। ਪਰ ਚਰਨਾਂ ਦੇ ਨਾਲ ਉਹ ਲੱਗੇ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਲੱਭਿਆ। ਜਿਹੜੇ ਪਖੰਡੀਆਂ ਦੇ ਦਰ 'ਤੇ ਤੁਰੇ ਫਿਰਦੇ, ਉਹ ਪੂਰੇ ਗੁਰੂ ਨੂੰ ਕਿਵੇਂ ਲੱਭ ਲੈਣਗੇ ਅਤੇ ਉਹ ਚਰਨਾਂ ਦੇ ਨਾਲ ਕਿਵੇਂ ਲੱਗਣਗੇ? ਚਰਨਾਂ ਦੇ ਨਾਲ ਉਹ ਲੱਗੇ ਨੇ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਪ੍ਰਾਪਤ ਕੀਤਾ ਹੈ। ਹਰ ਸੰਗ ਸਾਈ ਪਾਇਆ। ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਨੂੰ ਪੂਰਾ ਗੁਰੂ ਮਿਲਿਆ, ਉਹਨਾਂ ਨੇ ਹਰੀ ਜਿਹੜਾ ਸਾਰਿਆਂ ਥਾਵਾਂ 'ਤੇ ਨਾਲ ਹੋ ਕੇ ਸਹਾਇਤਾ ਕਰਨ ਵਾਲਾ ਹੈ, ਉਸ ਨੂੰ ਪਾਇਆ ਕਹੀਏ, ਪ੍ਰਾਪਤ ਕਰ ਲਿਆ ਹੈ। ਪੂਰੇ ਗੁਰੂ ਦੇ ਜ਼ਰੀਏ ਪਰਮਾਤਮਾ ਪ੍ਰਾਪਤ ਹੁੰਦਾ ਹੈ। ਉਹ ਪਰਮਾਤਮਾ ਜਿਹੜਾ ਹਰ ਥਾਂ 'ਤੇ ਸਹਾਇਤਾ ਕਰਦਾ। ਜੇ ਗੁਰੂ ਪਖੰਡੀ ਹੈ, ਗੁਰੂ ਨਕਲੀ ਹੈ, ਤੇ ਫਿਰ ਉਹ ਅਸਲੀ ਪਰਮਾਤਮਾ ਨੂੰ ਪ੍ਰਾਪਤੀ ਨਹੀਂ ਕਰਵਾ ਪਾਏਗਾ, ਉਹ ਸੰਸਾਰ ਦੇ ਪਦਾਰਥਾਂ ਵਿੱਚ ਹੀ ਉਲਝਾ ਦੇਵੇਗਾ। ਮਹਾਰਾਜ ਬਖਸ਼ਿਸ਼ ਬਚਨ ਕਰਦੇ ਕਹਿਣ ਲੱਗੇ, ਹਰ ਸੰਗ ਜਿਹੜਾ ਹਰੀ ਹੈ ਨਾ, ਪਰਮਾਤਮਾ ਹਰ ਵੇਲੇ ਜੀਵ ਦੇ ਸੰਗ ਹੈ, ਹਰ ਵੇਲੇ ਇਸ ਦੀ ਸਹਾਇਤਾ ਕਰਨ ਵਾਲਾ ਹੈ। ਪਰ ਪਾਇਆ ਉਸ ਦੀ ਪ੍ਰਾਪਤੀ ਤਾਂ ਹੋਈ ਹੈ ਜੇ ਪੂਰੇ ਗੁਰੂ ਨੇ ਕਿਰਪਾ ਕੀਤੀ ਹੈ। ਪੂਰਿਆਂ ਗੁਰਾਂ ਤੋਂ ਬਿਨਾਂ ਹਰੀ ਜਿਹੜਾ ਸਾਰੇ ਥਾਵਾਂ 'ਤੇ ਸਹਾਇਤਾ ਕਰਦਾ, ਮਦਦ ਕਰਦਾ, ਉਹਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜਹ ਜਾਈਏ ਤਾਂ ਸੁਹੇਲੇ। ਸਤਿਗੁਰੂ ਬਖਸ਼ਿਸ਼ ਕਰਦੇ ਐਸੇ ਗੁਰਮੁਖ ਨਾਮ ਜਪਣ ਵਾਲੇ ਜਿੱਥੇ ਵੀ ਜਾਂਦੇ ਨੇ, ਉੱਥੇ ਹੀ ਸੁਹੇਲੇ ਕਹੀਏ ਸੋਭਨੀਕ ਹੋ ਜਾਂਦੇ, ਜਾਂ ਸੁਹੇਲੇ ਕਹੀਏ ਸੁਖੀ ਹੁੰਦੇ ਨੇ।
ਉਹ ਗੁਰਮੁਖ ਜਿੱਥੇ ਵੀ ਜਾਂਦੇ ਨਾਮ ਜਪਣ ਵਾਲੇ ਗੁਰਮੁਖਾਂ ਨੂੰ ਹਰ ਥਾਂ ਤੇ ਸੋਭਾ ਪ੍ਰਾਪਤ ਹੁੰਦੀ ਹੈ। ਇਸ ਲੋਕ ਦੇ ਵਿੱਚ ਵੀ ਉਹਨਾਂ ਨੂੰ ਵਡਿਆਈ ਤੇ ਮਾਣ ਮਿਲਦਾ ਹੈ, ਪਰਲੋਕ ਦੇ ਵਿੱਚ ਵੀ ਵਡਿਆਈ ਤੇ ਮਾਣ ਮਿਲਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹਨਾਂ ਗੁਰਮੁਖਾਂ ਦੇ ਬਚਨ ਜਾਕਾ ਕਹਿਆ ਦਰਗਹਿ ਚੱਲੈ, ਜਿਨ੍ਹਾਂ ਦੇ ਬਚਨ ਦਰਗਾਹ ਵਿੱਚ ਮੰਨੇ ਜਾਂਦੇ। ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦਿਉ। ਸੁਭ ਦਿਉ ਤੋਂ ਭਾਵ ਸ੍ਰੇਸ਼ਟ ਆਦਰ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਹੈ ਜਿਹੜੇ ਗੁਰਮੁਖ ਜਨ ਉਸ ਪ੍ਰਮਾਤਮਾ ਦੀ ਬੰਦਗੀ ਕਰਕੇ ਸੁਭਾ ਦੇ ਸਹਿਤ ਹੋਏ। ਪਾਤਸ਼ਾਹ ਕਹਿਣ ਲੱਗੀਏ ਜਹ ਜਾਈਏ ਤਹਾਂ ਸੁਹੇਲੇ, ਜਿੱਥੇ ਵੀ ਉਹ ਗੁਰਮੁਖ ਜਾਂਦੇ ਨੇ ਉੱਥੇ ਹੀ ਸੁਹੇਲੇ ਕਹੀਏ ਉਹ ਖੁਸ਼ ਹੋ ਜਾਂਦੇ, ਪ੍ਰਸੰਨ ਹੋ ਜਾਂਦੇ। ਉੱਥੇ ਹੀ ਉਹਨਾਂ ਦੀ ਪ੍ਰਸੰਨਤਾ ਹੈ ਜਿਨ੍ਹਾਂ ਨੇ ਪੂਰਿਆਂ ਗੁਰੂ ਨੂੰ ਪ੍ਰਾਪਤ ਕੀਤਾ ਹੈ। ਦੂਸਰੇ ਪਾਸੇ ਜਿਹੜੇ ਅਧੂਰੇ ਗੁਰੂ ਦੇ ਲੜ ਲੱਗ ਗਏ ਉਹ ਕਿਤੇ ਵੀ ਚਲੇ ਜਾਣ ਉਹ ਦੁਖੀ ਹੀ ਦੁਖੀ ਹੁੰਦੇ। ਜਿਵੇਂ ਆਪਣੇ ਸਾਹਮਣੇ ਇਤਿਹਾਸ ਦਾ ਬਚਨ ਆਉਂਦਾ ਹੈ, ਗੁਰੂ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਬਿਰਾਜੇ ਹੋਏ। ਇੱਥੇ ਇੱਕ ਪਖੰਡੀ ਤਪਾ ਰਹਿੰਦਾ, ਆਪਣੇ ਆਪ ਨੂੰ ਗੁਰੂ ਕਹਾਉਂਦਾ, ਆਪਣੇ ਆਪ ਨੂੰ ਬੜਾ ਕਰਾਮਾਤੀ ਕਹਿੰਦਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਮਹਿਮਾ ਵੇਖ ਕੇ, ਵਡਿਆਈ ਵੇਖ ਕੇ ਬੇਅੰਤ ਸੰਗਤਾਂ ਮਹਾਰਾਜ ਦੇ ਕੋਲ ਆਉਂਦੀਆਂ। ਇਹ ਵੇਖ ਕੇ ਤਪੇ ਕੋਲੋਂ ਜਰਿਆ ਨਹੀਂ ਗਿਆ ਅਤੇ ਆਪਣੇ ਨਗਰ ਦੇ ਲੋਕਾਂ ਨੂੰ, ਜਿਹੜੇ ਖਡੂਰ ਸਾਹਿਬ ਦੇ ਵਿੱਚ ਰਹਿਣ ਵਾਲੇ ਖਹਿਰੇ ਗੋਤ ਦੇ ਜੱਟ ਸਨ, ਉਹਨਾਂ ਨੂੰ ਕਹਿਣ ਲੱਗਾ ਵੀ ਮੈਂ ਮੀਂਹ ਤਾਂ ਪਵਾਵਾਂਗਾ, ਮਹਾਰਾਜ ਨੂੰ ਬਾਹਰ ਕੱਢਿਆ ਜਾਵੇ। ਉਹਨਾਂ ਨੇ ਬਚਨ ਮੰਨ ਕੇ ਇਸ ਪਖੰਡੀ ਸਾਧ ਦਾ ਤੇ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ, ਪਾਤਸ਼ਾਹ ਜੀ ਔੜ ਬੜੀ ਲੱਗੀ ਹੋਈ ਹੈ, ਫਸਲ ਸੁੱਕਦੀ ਜਾ ਰਹੀ ਹੈ, ਜੇ ਆਪ ਜੀ ਨਗਰ ਛੱਡ ਦਿਓ ਤੇ ਤਪਾ ਮੀਂਹ ਪਵਾ ਦੇਵੇਗਾ। ਮਹਾਰਾਜ ਕਹਿਣ ਲੱਗੇ ਭਾਈ ਜੇ ਸਾਡੇ ਜਾਣ ਕਰਕੇ ਤੁਹਾਨੂੰ ਖੁਸ਼ੀ ਮਿਲਦੀ ਹੈ, ਤੁਹਾਡਾ ਕੋਈ ਕੰਮ ਬਣਦਾ ਹੈ ਤੇ ਸਾਨੂੰ ਜਾਣ ਦਾ ਕੋਈ ਇਤਰਾਜ਼ ਨਹੀਂ ਹੈ। ਤੁਸੀਂ ਚਾਹੁੰਦੇ ਹੋ ਵੀ ਅਸੀਂ ਚਲੇ ਜਾਈਏ, ਸਾਡਾ ਪਲੰਘਾ ਚੁੱਕੋ, ਜਿੱਥੇ ਮਰਜ਼ੀ ਪਿੰਡੋਂ ਬਾਹਰ ਜਾ ਕੇ ਰੱਖ ਦੇਵੋ। ਇਹਨਾਂ ਲੋਕਾਂ ਨੇ ਪਲੰਘਾ ਚੁੱਕਿਆ, ਮਹਾਰਾਜ ਜੀਆਂ ਦਾ ਪਲੰਘਾ ਬਾਹਰ ਜਾ ਕੇ ਜੰਗਲ ਦੇ ਵਿੱਚ ਬੀਆਬਾਨ ਦੇ ਵਿੱਚ ਰੱਖ ਦਿੱਤਾ। ਸੰਗਤਾਂ ਮਹਾਰਾਜ ਨੂੰ ਲੱਭ ਕੇ ਉੱਥੇ ਪਹੁੰਚ ਗਈਆਂ, ਲੰਗਰ ਪ੍ਰਸ਼ਾਦੇ ਉੱਥੇ ਚੱਲ ਪਏ, ਦੀਵਾਨ ਜੰਗਲ ਦੇ ਵਿੱਚ ਸਜਣ ਲੱਗ ਪਏ। ਐਸੀ ਮਹਿਮਾ ਪੂਰੇ ਗੁਰੂ ਦੇ ਨਾਲ ਜੁੜਨ ਦੀ ਹੈ। ਜਿਹੜੇ ਪੂਰੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਨਾਲ ਜੁੜੇ, ਉਹਨਾਂ ਦਾ ਪਲੰਘਾ ਭਾਵੇਂ ਚੁੱਕ ਕੇ ਬੀਆਬਾਨ ਦੇ ਵਿੱਚ ਵੀ ਰੱਖ ਦਿੱਤਾ। ਉੱਥੇ ਵੀ ਉਹ ਜਿਹੜੇ ਗੁਰਮੁਖ ਨੇ ਉਹ ਸੁਖੀ ਨੇ, ਉੱਥੇ ਵੀ ਉਹ ਸ਼ੋਭਾ ਵਾਲੇ ਨੇ। ਜੰਗਲ ਦੇ ਵਿੱਚ ਬੈਠੇ ਵੀ ਉਹਨਾਂ ਦੀ ਸ਼ੋਭਾ ਹੋ ਰਹੀ ਹੈ। ਸੰਗਤਾਂ ਲੱਭ ਕੇ ਉਹਨਾਂ ਦੇ ਕੋਲ ਜਾਂਦੀਆਂ ਪਈਆਂ। ਦੂਸਰੇ ਪਾਸੇ ਤਪੇ ਕੋਲੋਂ ਮੀਂਹ ਤੇ ਪਿਆ ਨਹੀਂ। ਇੰਨੇ ਚਿਰ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਹਾਲੇ ਗੁਰੂ ਨਹੀਂ ਸਨ ਬਣੇ, ਆਪਣੇ ਪਿੰਡ ਗਏ ਹੋਏ ਬਾਸਰ ਕੇ ਨਗਰ। ਜਦੋਂ ਵਾਪਸ ਆਏ ਤੇ ਖਡੂਰ ਸਾਹਿਬ ਆ ਕੇ ਵੇਖਿਆ ਵੀ ਗੁਰੂ ਪਾਤਸ਼ਾਹ ਤੇ ਇੱਥੇ ਹੈ ਹੀ ਨਹੀਂ। ਲੋਕਾਂ ਤੋਂ ਪੁੱਛਿਆ, ਕਹਿਣ ਲੱਗੇ ਗੁਰੂ ਪਾਤਸ਼ਾਹ ਕਿੱਥੇ ਨੇ? ਮੈਂ ਜਦੋਂ ਗਿਆ ਉਦੋਂ ਤੇ ਮਹਾਰਾਜ ਇੱਥੇ ਹੀ ਰਹਿ ਰਹੇ ਸਨ। ਤੇ ਲੋਕਾਂ ਨੇ, ਸੰਗਤ ਨੇ ਦੱਸਿਆ, ਕਹਿਣ ਲੱਗੇ ਭਾਈ ਇਹ ਤਪਾ ਕਹਿੰਦਾ ਵੀ ਮੈਂ ਮੀਂਹ ਪਵਾਵਾਂਗਾ, ਇਸ ਕਰਕੇ ਮਹਾਰਾਜ ਦਾ ਪਲੰਘਾ ਚੁੱਕ ਕੇ ਅਸੀਂ ਬਾਹਰ ਛੱਡ ਆਏ। ਗੁਰੂ ਅਮਰਦਾਸ ਪਾਤਸ਼ਾਹ ਨੂੰ ਇਹ ਬਚਨ ਸੁਣ ਕੇ ਬੜਾ ਦੁੱਖ ਲੱਗਿਆ। ਕਹਿਣ ਲੱਗਾ ਉਹ ਮੂਰਖੋ, ਕਰਨ ਕਾਰਨ ਸਮਰੱਥ ਨੇ ਗੁਰੂ ਅੰਗਦ ਦੇਵ ਪਾਤਸ਼ਾਹ, ਤੁਸੀਂ ਉਹਨਾਂ ਨੂੰ ਬਾਹਰ ਕੱਢਿਆ ਇੱਕ ਪਖੰਡੀ ਤਪੇ ਦੇ ਮਗਰ ਲੱਗ ਕੇ। ਇਹਦੇ ਕੋਲੋਂ ਮੀਂਹ ਨਹੀਂ ਪੈਣਾ। ਜੇ ਮੀਂਹ ਦੀ ਗੱਲ ਕਰਦੇ ਹੋ, ਗੁਰੂ ਤੇ ਬੜਾ ਵੱਡਾ ਹੈ, ਮੈਂ ਗੁਰੂ ਦਾ ਸੇਵਕ ਹਾਂ, ਇੱਕ ਦਾਸ ਹਾਂ, ਇਹ ਮੀਂਹ ਤੇ ਮੇਰੇ ਵਰਗਾ ਵੀ ਪਵਾ ਸਕਦਾ। ਗੁਰੂ ਦੀ ਮਹਿਮਾ ਤੇ ਬੜੀ ਵੱਡੀ ਹੈ। ਤੇ ਉਸ ਵੇਲੇ ਜਿਹੜੇ ਲੋਕ ਸਨ ਨਗਰ ਦੇ, ਕਹਿਣ ਲੱਗੇ ਕਿ ਚਲੋ ਤੁਸੀਂ ਕਿਰਪਾ ਕਰ ਦਿਓ, ਤੁਸੀਂ ਮੀਂਹ ਪਵਾ ਦਿਓ। ਤੇ ਮੁਖੋਂ ਬਚਨ ਨਿਕਲਿਆ, ਕਹਿਣ ਲੱਗੇ ਜਿਸ ਤਪੇ ਨੇ ਗੁਰੂ ਅੰਗਦ ਸਾਹਿਬ ਨੂੰ ਨਗਰੋਂ ਬਾਹਰ ਕੱਢਿਆ, ਇਸੇ ਤਪੇ ਨੂੰ ਫੜ ਕੇ ਜਿਹੜਾ ਆਪਣੇ ਖੇਤ ਵਿੱਚ ਲੈ ਜਾਵੇ, ਉਹਦੇ ਖੇਤ ਵਿੱਚ ਮੀਂਹ ਪੈ ਜਾਵੇਗਾ। ਉਸ ਵੇਲੇ ਇਸ ਤਪੇ ਨੂੰ ਇਹਦੀ ਕੁਟੀਆ ਦੇ ਵਿੱਚੋਂ, ਇਹਦੇ ਡੇਰੇ ਵਿੱਚੋਂ ਖਿੱਚ ਕੇ ਧੂ ਕੇ ਦਰਵਾਜ਼ੇ ਤੋੜ ਕੇ ਬਾਹਰ ਕੱਢਿਆ। ਵੈੜਕਿਆਂ ਦੇ ਮਗਰ ਪਾ ਕੇ ਰੱਸਿਆਂ ਦੇ ਨਾਲ ਬੰਨ੍ਹ ਕੇ ਇਹਨੂੰ ਖਿੱਚ ਕੇ ਹਰੇਕ ਆਪਣੇ ਖੇਤਾਂ ਵਿੱਚ ਲਈ ਜਾਂਦਾ। ਹੁਣ ਤਪਾ ਚੀਕਾਂ ਮਾਰਦਾ ਪਰ ਇਹਦੀ ਗੱਲ ਕੋਈ ਨਹੀਂ ਸੁਣਦਾ ਹੈ। ਜਿਹੜੇ ਖੇਤ ਵਿੱਚ ਇਸ ਤਪੇ ਦਾ ਸਰੀਰ ਜਾਂਦਾ ਉੱਥੇ ਮੀਂਹ ਪੈਣ ਲੱਗ ਪੈਂਦਾ। ਹੁਣ ਤਪਾ ਇੱਕ ਹੈ ਤੇ ਮੀਂਹ ਬਹੁਤੇ ਖੇਤਾਂ ਵਿੱਚ ਚਾਹੀਦਾ ਹੈ। ਉਸ ਵੇਲੇ ਕਿਸਾਨਾਂ ਦੇ ਵਿੱਚ, ਜ਼ਿਮੀਂਦਾਰਾਂ ਦੇ ਵਿੱਚ ਲੜਾਈ ਹੋ ਗਈ। ਕੋਈ ਆਖਦਾ ਮੈਂ ਆਪਣੇ ਖੇਤ ਲੈ ਕੇ ਜਾਣਾ, ਕੋਈ ਆਖਦਾ ਮੈਂ ਆਪਣੇ ਖੇਤ ਲੈ ਕੇ ਜਾਣਾ। ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਨੇ ਬਚਨ ਕੀਤੇ, ਕਹਿਣ ਲੱਗੇ ਤਪੇ ਦਾ
ਸਰੀਰ ਦੀ ਉਂਗਲ ਵੀ ਜਿਹੜਾ ਲੈ ਗਿਆ ਨਾ, ਉਹਦੇ ਖੇਤ ਵਿੱਚ ਵੀ ਮੀਂਹ ਪੈ ਜਾਏਗਾ। ਉਸ ਵੇਲੇ ਤਪੇ ਨੂੰ ਖਿੱਚ ਖਿੱਚ ਕੇ ਇਹਦੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ, ਉਂਗਲਾਂ ਤੋੜ ਤੋੜ ਕੇ ਹਰੇਕ ਹੀ ਆਪਣੇ ਖੇਤ ਨੂੰ ਲੈ ਕੇ ਦੌੜ ਗਿਆ। ਸਾਰੇ ਖੇਤਾਂ ਵਿੱਚ ਬੜੀ ਭਾਰੀ ਬਾਰਿਸ਼ ਉਸ ਵੇਲੇ ਪ੍ਰਾਪਤ ਹੋਈ। ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ, ਭਾਈ ਇਹ ਪੂਰੇ ਗੁਰੂ ਦੀ ਨਿਸ਼ਾਨੀ ਹੈ ਕਿ ਪੂਰਾ ਗੁਰੂ ਜਿੱਥੇ ਵੀ ਬੈਠ ਜਾਵੇ, ਭਾਵੇਂ ਜੰਗਲ ਵਿੱਚ ਵੀ ਕੋਈ ਛੱਡ ਆਏ, ਉੱਥੇ ਵੀ ਉਹ ਸ਼ੋਭਨੀਕ ਹੀ ਨੇ, ਉੱਥੇ ਵੀ ਖੁਸ਼ ਹੀ ਨੇ, ਉੱਥੇ ਵੀ ਜੰਗਲ ਦੇ ਵਿੱਚ ਮੰਗਲ ਉਹਨਾਂ ਨੇ ਲਾ ਦਿੱਤੇ, ਦੀਵਾਨ ਸਜਾ ਦਿੱਤੇ। ਪਰ ਦੂਸਰੇ ਪਾਸੇ ਜਿਹੜੇ ਲੋਕ ਪਖੰਡੀਆਂ ਦੇ ਕੋਲ ਫਸੇ ਹੋਏ, ਜਿਵੇਂ ਉਸ ਟੱਪੇ ਦੇ ਕੋਲ ਖਡੂਰ ਸਾਹਿਬ ਦੇ ਲੋਕ ਫਸੇ ਹੋਏ ਸਨ, ਇਸ ਤਰ੍ਹਾਂ ਜਿਹੜੇ ਪਖੰਡੀਆਂ ਦੇ ਕੋਲ ਫਸ ਗਏ, ਉਹ ਭਾਈ ਲੋਕ ਤੇ ਪਰਲੋਕ ਦੋਨਾਂ ਵਿੱਚ ਹੀ ਦੁਖੀ ਹੁੰਦੇ, ਉਹਨਾਂ ਨੂੰ ਪ੍ਰਾਪਤੀ ਕੋਈ ਨਹੀਂ ਹੁੰਦੀ ਹੈ। ਮਹਾਰਾਜ ਕਹਿਣ ਲੱਗੇ, ਜਹ ਜਾਈਏ ਤਹਾਂ ਸੁਹੇਲੇ, ਗੁਰਮੁਖ ਜਿੱਥੇ ਵੀ ਜਾਂਦੇ ਉੱਥੇ ਹੀ ਖੁਸ਼ ਨੇ, ਭਾਵੇਂ ਜੰਗਲ ਹੈ ਭਾਵੇਂ ਉਹ ਨਗਰ ਹੈ। ਦੂਸਰੇ ਪਾਸੇ ਮਨਮੁਖ ਜਿਹੜੇ ਨੇ ਉਹ ਹਰ ਵੇਲੇ ਦੁੱਖ ਦੇ ਵਿੱਚ ਹੀ ਬੈਠੇ ਰਹਿੰਦੇ, ਭਾਵੇਂ ਉਹ ਸ਼ਹਿਰ ਦੇ ਵਿੱਚ ਬੈਠ ਜਾਣ, ਭਾਵੇਂ ਉਹ ਪਿੰਡ ਦੇ ਵਿੱਚ ਬੈਠ ਜਾਣ, ਭਾਵੇਂ ਉਹ ਜੰਗਲ ਵਿੱਚ ਬੈਠ ਜਾਣ, ਮਨਮੁਖਾਂ ਨੂੰ ਹਰ ਥਾਂ ਤੇ ਦੁੱਖ ਹੀ ਦੁੱਖ ਪ੍ਰਾਪਤ ਹੁੰਦੇ ਹਨ। ਕਰ ਕਿਰਪਾ ਪ੍ਰਭ ਮਿਲੇ, ਜਿਹੜੇ ਪੂਰੇ ਗੁਰੂ ਦੇ ਨਾਲ ਗੁਰਮੁਖੋਂ ਮਿਲ ਗਏ, ਉਹਨਾਂ ਨੂੰ ਪ੍ਰਮਾਤਮਾ ਕਿਰਪਾ ਕਰਕੇ ਆਪਣੇ ਨਾਲ ਮਿਲ ਲੈਂਦਾ ਹੈ। ਕਰ ਕਿਰਪਾ, ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਹੈ ਉਹਨਾਂ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ। ਗੁਰੂ ਐਸੀ ਰਹਿਮਤ ਕਰਕੇ ਉਹਨਾਂ ਨੂੰ ਪ੍ਰਮਾਤਮਾ ਨਾਲ ਮਿਲ ਦਿੰਦਾ ਹੈ। ਹਰ ਗੁਣ ਗਾਵੋ ਸਦਾ ਸੁਭਾਈ, ਗੁਰੂ ਅਰਜਨ ਦੇ ਪਾਤਸ਼ਾਹ ਜੀਆਂ ਦੇ ਬਚਨ ਨੇ। ਕਹਿਣ ਲੱਗੇ, ਭਾਈ ਇਹ ਬਚਨ ਹਮੇਸ਼ਾ ਆਪਣੇ ਪੱਲੇ ਬੰਨ੍ਹ ਕੇ ਰੱਖਣਾ ਹੈ। ਬਚਨ ਕਿਹੜਾ? ਹਰ ਗੁਣ ਗਾਵੋ। ਇੱਕ ਤੇ ਬਚਨ ਇਹ ਆ ਵੀ ਰੱਬ ਦੇ ਗੁਣ ਗਾਉਣੇ, ਦੂਜਾ ਬਚਨ ਇਹ ਸਦਾ ਸੁਭਾਈ, ਸਦਾ ਹੀ। ਇਹ ਨਹੀਂ ਵੀ ਅੱਜ ਨਿਤਨੇਮ ਕੀਤਾ, ਅੱਜ ਪਾਠ ਕੀਤਾ, ਅੱਜ ਜਾਪ ਕੀਤਾ ਤੇ ਬਸ ਹੁਣ ਜ਼ਿੰਦਗੀ ਸਾਰੀ ਬਿਨਾਂ ਨਿਤਨੇਮ ਪਾਠ ਤੋਂ ਲੰਘ ਜਾਏਗੀ। ਨਹੀਂ, ਪਹਿਲਾ ਬਚਨ ਇਹ ਆ ਵੀ ਹਰ ਗੁਣ ਗਾਓ, ਬੰਦੇ ਦੇ ਗੁਣ ਛੱਡ ਕੇ ਰੱਬ ਦੇ ਗੁਣ ਗਾ। ਦੂਜਾ ਬਚਨ ਇਹ ਹੈ ਸਦਾ, ਰੱਬ ਦੇ ਗੁਣ ਸਦਾ ਵਾਸਤੇ ਗਾਉਣੇ। ਦਿਨ ਰਾਤੀਆਂ ਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਦਿਨੇ ਰਾਤ ਜਦੋਂ ਵੀ ਸਮਾਂ ਮਿਲੇ ਉਦੋਂ ਪਰਮਾਤਮਾ ਨੂੰ ਵੱਧ ਤੋਂ ਵੱਧ ਉਸ ਨੂੰ ਯਾਦ ਕਰ। ਕਈ ਵਾਰੀ ਅਸੀਂ ਕੀ ਕਰਦੇ, ਟਾਈਮ ਨਹੀਂ ਮਿਲਿਆ, ਗੁਰਬਾਣੀ ਨਹੀਂ ਪੜ੍ਹੀ ਹੈ। ਮਹਾਰਾਜ ਕਹਿੰਦੇ ਨਹੀਂ, ਗੁਰਬਾਣੀ ਪੜ੍ਹਨ ਵਾਸਤੇ ਟਾਈਮ ਕੱਢਣਾ ਪੈਣਾ ਹੈ। ਟਾਈਮ ਬਣਾ, ਆਪਣਾ ਇੱਕ ਨਿਯਮ ਬਣਾ, ਇੱਕ ਟਾਈਮ ਟੇਬਲ ਬਣਾਏਗਾ ਤਾਂ ਤੂੰ ਬੰਦਗੀ ਕਰ ਸਕਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹਰ ਗੁਣ ਗਾਵੋ। ਪਹਿਲਾ ਬਚਨ ਇਹ ਹੈ ਵੀ ਹਰੀ ਦੇ ਗੁਣ ਗਾ। ਦੂਜਾ ਬਚਨ ਇਹ ਹੈ ਸਦਾ ਸੁਭਾਈ, ਸਦਾ ਵਾਸਤੇ ਹਰ ਵੇਲੇ ਉਹਦੇ ਗੁਣਾਂ ਨੂੰ ਗਾ। ਜਿਹੜਾ ਸ਼ੋਭਨੀਕ ਪ੍ਰਮਾਤਮਾ ਹੈ, ਜਿਹਦੀ ਹਰ ਵੇਲੇ ਵਡਿਆਈ ਮਹਿਮਾ, ਉਹਦੇ ਗੁਣਾਂ ਨੂੰ ਹਰ ਵੇਲੇ ਗਾਉਣਾ ਕਰ। ਮਨ ਚਿੰਦੇ ਸਗਲੇ ਫਲ ਪਾਵੋ। ਸਤਿਗੁਰਾਂ ਦੇ ਕੋਲੋਂ ਪੁੱਛਿਆ, ਮਹਾਰਾਜ ਪ੍ਰਮਾਤਮਾ ਦੇ ਗੁਣ ਗਾਉਣ ਕਰਕੇ ਮਿਲਦਾ ਕੀ ਹੈ? ਅਸੀਂ ਕੰਮ ਭਾਵੇਂ ਕਰੀਏ ਭਾਵੇਂ ਨਾ ਕਰੀਏ, ਪਰ ਇਹਦਾ ਅੱਗੇ ਕੱਲ ਨੂੰ ਕੀ ਫਲ ਮਿਲੇਗਾ, ਸਿੱਟਾ ਕੀ ਨਿਕਲੇਗਾ, ਉਹ ਜਾਣਨ ਦੀ ਬੜੀ ਇੱਛਾ ਹੁੰਦੀ ਹੈ। ਸਤਿਗੁਰਾਂ ਕੋਲੋਂ ਪੁੱਛ ਲਿਆ, ਮਹਾਰਾਜ ਨਾਮ ਜਪਾਂਗੇ ਤੇ ਕੀ ਮਿਲੇਗਾ? ਮਹਾਰਾਜ ਕਹਿੰਦੇ, ਮਨ ਇੱਛੇ ਸਗਲੇ ਫਲ ਪਾਵੋ। ਮਨ ਇੱਛਤ ਫਲ ਪ੍ਰਾਪਤ ਕਰੇਗਾ। ਜਿਹੜਾ ਤੇਰੀ ਮਨ ਵਿੱਚ ਇੱਛਾ ਹੈ ਨਾ ਕਿ ਮੈਨੂੰ ਇਹ ਫਲ ਮਿਲੇ, ਉਹ ਪ੍ਰਾਪਤ ਹੋਣਾ ਹੀ ਹੋਣਾ ਹੈ। ਭਗਤ ਧਰੂ ਜੀ ਜਦੋਂ ਬੰਦਗੀ ਕਰਦੇ ਪਏ, ਪਰਮਾਤਮਾ ਜੀ ਉਸ ਵੇਲੇ ਪ੍ਰਾਪਤ ਹੋਏ। ਆਖਿਆ, ਧਰੂ ਮੰਗ ਕੀ ਚਾਹੀਦਾ? ਕਹਿਣ ਲੱਗੇ, ਜੀ ਕੁਝ ਨਹੀਂ ਚਾਹੀਦਾ। ਪਹਿਲਾਂ ਇੱਛਾ ਸੀ, ਕੀ ਇੱਛਾ ਸੀ? ਵੀ ਰਾਜ ਭਾਗ ਮਿਲੇ, ਪਰ ਹੁਣ ਨਾਮ ਜਪ ਕੇ ਇੱਛਾ ਹੀ ਖਤਮ ਹੋ ਗਈਆਂ, ਹੁਣ ਨਹੀਂ ਕੋਈ ਚਾਹੀਦਾ। ਉਸ ਵੇਲੇ ਪ੍ਰਮਾਤਮਾ ਜੀ ਕਹਿਣ ਲੱਗੇ, ਚਲੋ ਤੁਹਾਡੀ ਇਹ ਵੀ ਇੱਛਾ ਪੂਰੀ ਕੀਤੀ, ਰਾਜ ਭਾਗ ਦੇ ਮਾਲਕ ਬਣ ਗਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਨ ਚਿੰਦੇ ਸਗਲੇ ਫਲ ਪਾਵੋ। ਮਨ ਇੱਛਤ ਫਲ ਜਿਹੜੇ ਨੇ ਉਹ ਨਾਮ ਜਪ ਕੇ ਪ੍ਰਾਪਤ ਹੁੰਦੇ ਨੇ। ਜਿਹੜਾ ਵੀ ਤੇਰੀ ਮਨ ਵਿੱਚ ਇੱਛਾ ਹੈ ਉਹ ਫਲ ਤੈਨੂੰ ਮਿਲ ਜਾਵੇਗਾ। ਐਸੀ ਇਹ ਭਾਈ ਨਾਮ ਦੀ ਮਹਿਮਾ ਹੈ। ਜਿਹੜਾ ਪਦਾਰਥ ਕਿਤੇ ਉਹ ਨਹੀਂ ਮਿਲਿਆ, ਉਹ ਪਦਾਰਥ ਬੰਦਗੀ ਕਰਕੇ ਸਿਮਰਨ ਕਰਕੇ ਪ੍ਰਾਪਤ ਹੋ ਜਾਂਦਾ ਹੈ। ਮਨ ਚਿੰਦੇ ਸਗਲੇ ਫਲ ਪਾਵੋ। ਸਮੂਹ ਫਲ ਜਿਹੜੇ ਨੇ ਬੰਦਗੀ ਵਿੱਚੋਂ ਪ੍ਰਾਪਤ ਹੁੰਦੇ ਹਨ। ਜੀ ਕੈ ਸੰਗ ਸਹਾਈ। ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ, ਇਹ ਨਾਮ ਕੱਲਾ ਫਲ ਨਹੀਂ ਦਿੰਦਾ। ਜਦੋਂ ਸਰੀਰ ਛੱਡ ਕੇ ਦੁਨੀਆ ਤੋਂ ਜਾਵੇਂਗਾ ਉਦੋਂ ਇਹ ਨਾਮ ਤੇਰੀ ਸਹਾਇਤਾ ਵੀ ਕਰੇਗਾ। ਇਹ ਦੁਨੀਆ ਵਿੱਚ ਅਸੀਂ ਧਨ ਕਮਾ ਲੈਂਦੇ, ਮਾਇਆ ਇਕੱਠੀ ਕਰ ਲੈਂਦੇ,
ਇਹ ਦੁਨੀਆ ਦਾ ਧਨ ਜਿਉਂਦਿਆਂ ਸਾਥ ਛੱਡ ਦਿੰਦਾ। ਕਈ ਵਾਰੀ ਇਹ ਧਨ ਬੰਦੇ ਦਾ ਵੈਰੀ ਬਣ ਜਾਂਦਾ ਹੈ। ਧਨ ਜੋ ਬਣ ਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ, ਗੁਰਬਾਣੀ ਦਾ ਬਚਨ ਹੈ। ਸੋਹਣਾ ਰੂਪ ਵੀ ਕਈ ਵਾਰੀ ਵੈਰੀ ਬਣ ਗਿਆ, ਬਹੁਤੀ ਮਾਇਆ ਵੀ ਵੈਰੀ ਬਣ ਜਾਂਦੀ ਹੈ। ਲੋਕ ਦੇ ਵਿੱਚ ਦੁੱਖ ਦਿੰਦੀ ਹੈ, ਪਰਲੋਕ ਦੇ ਵਿੱਚ ਤੇ ਮਦਦ ਇਸਨੇ ਕਰਨੀ ਕੋਈ ਨਹੀਂ ਹੈ। ਪਰ ਮਹਾਰਾਜ ਕਹਿਣ ਲੱਗੇ ਪ੍ਰਮਾਤਮਾ ਦੇ ਨਾਮ ਦਾ ਜਿਹੜਾ ਧਨ ਹੈ ਨਾ ਗੁਰਮੁਖੋ, ਇਹ ਇੱਥੇ ਵੀ ਸੁਖ ਦਿੰਦਾ ਹੈ। ਮਨ ਇੱਛਤ ਫਲ ਇੱਥੇ ਦੇ ਦਿੰਦਾ ਹੈ। ਜਦੋਂ ਸਰੀਰ ਛੱਡ ਕੇ ਜੀਵ ਪਰਲੋਕ ਨੂੰ ਜਾਂਦਾ ਹੈ, ਪਾਤਸ਼ਾਹ ਕਹਿਣ ਲੱਗੇ ਜੀ ਕੈ ਸੰਗ ਸਹਾਈ, ਇਹ ਜੀਵ ਦੀ ਸਹਾਇਤਾ ਫਿਰ ਪਰਲੋਕ ਦੇ ਵਿੱਚ ਵੀ ਕਰਦਾ ਹੈ। ਕਿਵੇਂ ਸਹਾਇਤਾ ਕਰਦਾ? ਸੰਗ ਕਹੀਏ ਸਾਥੀ ਬਣ ਕੇ, ਸੰਗੀ ਬਣ ਕੇ ਅੱਗੇ ਪਰਲੋਕ ਦੇ ਰਾਹ ਦੇ ਵਿੱਚ ਵੀ ਇਸ ਜੀਵ ਦੀ ਨਾਮ ਮਦਦ ਕਰਦਾ ਹੈ। ਰਾਮ ਨਾਰਾਇਣ ਪ੍ਰਾਣ ਆਧਾਰਾ। ਗੁਰੂ ਪਾਤਸ਼ਾਹ ਫਰਮਾਉਂਦੇ ਨਰ ਆਇਨ ਜਿਹੜਾ ਹਰੇਕ ਮਨੁੱਖ ਦੇ ਵਿੱਚ ਆਇਆ ਹੋਇਆ ਹੈ, ਉਹ ਪ੍ਰਮਾਤਮਾ ਭਾਈ ਸਾਡੇ ਪ੍ਰਾਣਾਂ ਦਾ ਆਸਰਾ ਹੈ, ਸਾਡੇ ਸਵਾਸਾਂ ਦਾ ਆਸਰਾ ਹੈ। ਉਹਦੇ ਆਸਰੇ ਇਹ ਲਗਾਤਾਰ ਸਾਹ ਚੱਲਦੇ ਪਏ। ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੈ ਸਾਡੇ ਉੱਪਰ ਜਿਹੜੇ ਸਵਾਸ ਚੱਲਦੇ ਪਏ। ਇਹ ਨਾਰਾਇਣ ਪ੍ਰਮਾਤਮਾ ਦਾ ਆਸਰਾ ਹੈ। ਇੱਕ ਰਸ, ਇੱਕ ਟਾਕ ਜਦੋਂ ਤੋਂ ਸਾਨੂੰ ਜਨਮ ਮਿਲਿਆ, ਭਾਵੇਂ ਅਸੀਂ ਕਿੰਨੀ ਵੀ ਵੱਡੀ ਉਮਰਾਂ ਦੇ ਮਾਲਕ ਬਣ ਗਏ ਆ, ਜਨਮ ਤੋਂ ਲੈ ਕੇ ਅੱਜ ਤੱਕ ਉਹ ਸਾਹ ਲਗਾਤਾਰ ਇੱਕੇ ਸਪੀਡ ਦੇ ਵਿੱਚ, ਇੱਕੇ ਹਿਸਾਬ ਕਿਤਾਬ ਦੇ ਨਾਲ ਚੱਲਦੇ ਪਏ, ਕਿਉਂਕਿ ਉਹਨਾਂ ਸਵਾਸਾਂ ਦਾ ਆਸਰਾ ਪਰਮਾਤਮਾ ਹੈ। ਨਾਰਾਇਣ ਪ੍ਰਾਣ ਆਧਾਰਾ, ਇਹ ਜਿਹੜੇ ਸਾਡੇ ਪ੍ਰਾਣ ਨੇ, ਇਹਨਾਂ ਦਾ ਆਸਰਾ ਪਰਮਾਤਮਾ ਹੈ। ਉਹਦੇ ਆਸਰੇ ਲਗਾਤਾਰ ਤੇਰੇ ਪ੍ਰਾਣ ਚੱਲਦੇ ਹਨ। ਹਮ ਸੰਤ ਜਨਾ ਰੇ ਨਾਰਾ। ਸਤਿਗੁਰੂ ਬਖਸ਼ਿਸ਼ ਕਰਦੇ ਹੈ ਪਰਮਾਤਮਾ, ਸਾਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜੀ ਬਖਸ਼ਿਸ਼ ਕਰ। ਹਮ ਸੰਤ ਜਨਾ ਰੇ ਨਾਰਾ, ਰੇ ਨਾਰਾ ਤੋਂ ਭਾਵ ਹੁੰਦਾ ਚਰਨ ਧੂੜੀ। ਜਿਹੜੇ ਬੰਦਗੀ ਵਾਲੀਆਂ ਆਤਮਾਵਾਂ ਨੇ, ਗੁਰਮੁਖ ਨੇ, ਉਹਨਾਂ ਦੇ ਚਰਨਾਂ ਦੀ ਧੂੜ ਸਾਨੂੰ ਦੇ ਦੇ। ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ, ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਸਾਧੂ ਦੀ ਧੂੜ ਜਿਹੜੀ ਹੈ ਗੁਰਮੁਖੋ, ਇਹ ਮਨੁੱਖ ਦੇ ਕਰਮਾਂ ਨੂੰ ਬਦਲ ਦਿੰਦੀ ਹੈ। ਪਾਤਸ਼ਾਹ ਇੱਥੇ ਬਚਨ ਕਰਦੇ, ਹਮ ਸੰਤ ਜਨਾ ਰੇ ਨਾਰਾ, ਸਾਡੇ ਉੱਪਰ ਸੰਤਾਂ ਦੇ ਚਰਨਾਂ ਦੀ ਧੂੜੀ ਬਖਸ਼ਿਸ਼ ਕਰ, ਤਾਂ ਕਿ ਸਾਡੇ ਜਿਹੜੇ ਕਰਮ ਨੇ, ਮਸਤਕ ਦੇ ਲੇਖ ਜਿਹੜੇ ਨੇ, ਇਹ ਬਦਲ ਜਾਣ। ਸਾਡੇ ਲੇਖ ਸਤ ਸੰਗਤ ਕਰਨ ਵਾਲੇ, ਨਾਮ ਜਪਣ ਵਾਲੇ, ਬਾਣੀ ਪੜਨ ਵਾਲੇ ਬਣ ਜਾਣ। ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਆਪ ਜੀ ਬਖਸ਼ਿਸ਼ ਕਰ ਦੇਵੋ, ਤਾਂ ਕਿ ਸਾਡਾ ਭਲਾ ਹੋ ਜਾਵੇ। ਪਤਤ ਪੁਨੀਤ ਕਰ ਲੀਨੇ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਚਰਨਾਂ ਦੀ ਧੂੜੀ ਇਹੋ ਜੀ ਹੈ, ਵੱਡੇ ਵੱਡੇ ਪਾਪੀਆਂ ਨੂੰ ਪਵਿੱਤਰ ਕਰ ਲੈਂਦੀ ਹੈ। ਪਾਪ ਕਰਮ ਕਰ ਕਰਕੇ, ਲੋਕਾਂ ਦੇ ਪਾਪਾਂ ਦੀ ਮੈਲ ਧੋ ਕਰਕੇ ਜਿਹੜੇ ਲੋਕ ਗੰਦੇ ਹੋ ਗਏ, ਮਲੀਨ ਹੋ ਗਏ, ਨਾਮ ਜਪ ਕੇ ਉਹਨਾਂ ਪਾਪੀਆਂ ਨੂੰ ਪੁਨੀਤ ਕਹੀਏ ਪਵਿੱਤਰ ਹੋਣ ਦਾ ਦਰਜਾ ਪ੍ਰਾਪਤ ਹੋ ਜਾਂਦਾ ਹੈ। ਉਹ ਪਾਪੀ ਵੀ ਪਵਿੱਤਰ ਹੋ ਜਾਂਦੇ। ਸਾਡੇ ਸਾਹਮਣੇ ਅਜਾਮਲ ਦਾ ਇਤਿਹਾਸ ਆ ਜਾਂਦਾ ਹੈ। ਬੜਾ ਵੱਡਾ ਪੰਡਤ ਹੈ, ਵਿਦਵਾਨ ਹੈ, ਗ੍ਰੰਥ ਪੜ੍ਹਿਆ ਹੋਇਆ, ਉੱਚੀ ਕੁਲ ਦੇ ਵਿੱਚ ਪੈਦਾ ਹੋਇਆ, ਵੇਦ ਸ਼ਾਸਤਰਾਂ ਦੀ ਬੜੀ ਪੜ੍ਹਾਈ ਜਾਣਦਾ ਹੈ। ਏਡੀ ਵੱਡੀ ਕੁਲ ਵਿੱਚ ਪੈਦਾ ਹੋਣ ਕਰਕੇ ਪਰ ਕਹਿਣ ਲੱਗੇ ਕਰਮ ਇਹੋ ਜਿਹਾ ਬਣ ਗਿਆ, ਅਜਾਮਲ ਨੇ ਵੇਸਵਾ ਦੇ ਨਾਲ ਵਿਆਹ ਕਰਵਾ ਲਿਆ। ਕਹਿਣ ਲੱਗੇ ਇਹੋ ਜਿਹਾ ਕੁਕਰਮ ਕਰਨ ਦੇ ਨਾਲ ਇਹ ਇੱਕ ਬ੍ਰਾਹਮਣ ਤੋਂ ਇੱਕ ਚੰਡਾਲ ਬਣ ਗਿਆ। ਲੋਕ ਇਹਦੇ ਨਾਲ ਨਫ਼ਰਤ ਕਰਨ ਲੱਗ ਪਏ। ਲੋਕਾਂ ਨੇ ਪਿੰਡੋਂ ਤੇ ਸ਼ਹਿਰੋਂ ਬਾਹਰ ਕੱਢ ਦਿੱਤਾ, ਬਾਹਿਸ਼ਕਾਰ ਕਰ ਦਿੱਤਾ। ਜਮਾਤ ਵਿੱਚੋਂ, ਜਾਤੀ ਵਿੱਚੋਂ, ਆਪਣੇ ਸਾਰੇ ਖਾਨਦਾਨ ਕਬੀਲੇ ਵਿੱਚੋਂ ਬਾਹਰ ਕੱਢ ਕੇ ਸੁੱਟ ਦਿੱਤਾ। ਨਗਰ ਤੋਂ ਬਾਹਰ ਜਾ ਕੇ ਆਪਣੀ ਕੁਟੀਆ ਬਣਾ ਲਈ, ਉੱਥੇ ਰਹਿ ਕੇ ਆਪਣੇ ਦਿਨ ਬਤੀਤ ਕਰਦਾ। ਪਰ ਕਹਿਣ ਲੱਗੇ ਕੋਈ ਸਾਧੂ ਮਹਾਤਮਾ ਦਾ ਜਥਾ ਤੁਰਿਆ ਜਾ ਰਿਹਾ ਹੈ। ਬਾਰ-ਬਾਰ ਵਿਰਾਨ ਜਗ੍ਹਾ ਤੇ ਕੁਟੀਆ ਵੇਖ ਕੇ ਮਹਾਤਮਾ ਰੁਕ ਗਏ। ਇਸ ਅਜਾਮਲ ਨੇ ਸੇਵਾ ਕਰਦਿਆਂ ਬਾਅਦ ਵਿੱਚ ਬੇਨਤੀ ਕੀਤੀ, ਜੀ ਮੈਂ ਤੇ ਪੰਡਤ ਹਾਂ, ਮੈਂ ਬੜਾ ਵੱਡਾ ਵਿਦਵਾਨ ਸੀ, ਬੜੇ ਮੈਂ ਗ੍ਰੰਥ ਪੜ੍ਹੇ ਹੋਏ, ਪਰ ਮੇਰੇ ਕੋਲੋਂ ਆ ਪਾਪ ਦਾ ਕਰਮ ਹੋ ਗਿਆ, ਇਸ ਕਰਕੇ ਲੋਕਾਂ ਨੇ ਮੇਰਾ ਬਾਈਕਾਟ ਕਰ ਦਿੱਤਾ, ਮੈਨੂੰ ਬਾਹਰ ਕੱਢ ਕੇ ਸੁੱਟ ਦਿੱਤਾ। ਹੁਣ ਮੇਰਾ ਭਲਾ ਕਿਵੇਂ ਹੋਵੇਗਾ, ਆਪ ਜੀ ਕਿਰਪਾ ਕਰੋ। ਉਸ ਵੇਲੇ ਮਹਾਤਮਾ ਕਹਿਣ ਲੱਗੇ, ਭਾਈ ਤੂੰ ਨਾਰਾਇਣ ਦਾ ਜਾਪ ਕਰਿਆ ਕਰ। ਨਾਰਾਇਣ ਨਾਮ ਪਰਮਾਤਮਾ ਦਾ ਹੀ ਹੈ, ਉਹਦੇ ਨਾਮ ਦਾ ਜਾਪ ਕਰ। ਕਹਿਣ ਲੱਗੇ ਸਜਾਮਲ ਨੇ ਨਾਰਾਇਣ ਦੇ ਨਾਮ ਦਾ ਜਾਪ ਕੀਤਾ ਤੇ ਪਾਤਸ਼ਾਹ ਕਹਿਣ ਲੱਗੇ ਪਤਤ ਪੁਨੀਤ ਕਰ ਲੀਨੇ। ਇਹ ਪਾਪੀ ਬਣ ਚੁੱਕਿਆ ਸੀ ਨਾ ਕੁਕਰਮ ਕਰਕੇ,
ਪਰ ਨਾਮ ਜਪ ਕੇ ਪੁਨੀਤ ਕਹੀਏ ਪਵਿੱਤਰ ਹੋ ਗਿਆ। ਸਾਰਿਆਂ ਪਾਪਾਂ ਦੀ ਮੈਲ ਧੁੱਤੀ ਗਈ, ਉਸ ਵੇਲੇ ਮੈਲ ਉਤਰ ਗਈ ਅਤੇ ਉਸ ਵੇਲੇ ਸੱਚਖੰਡ ਦੀ ਪ੍ਰਾਪਤੀ ਦਾ ਇਹ ਮਾਲਕ ਬਣ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਜਿਹੜੀ ਸਾਡੀ ਮਤੀ ਮੱਤ ਹੈ ਨਾ, ਇਹ ਕਈ ਜਨਮਾਂ ਦੇ ਪਾਪ ਕਰਕੇ ਮੈਲੀ ਹੋ ਚੁੱਕੀ ਹੈ। ਅਸੀਂ ਡਿੱਗ ਚੁੱਕੇ ਹਾਂ ਸ਼ੁਭ ਕਰਮਾਂ ਤੋਂ, ਕੁਕਰਮਾਂ ਦੇ ਵਿੱਚ ਲੱਗ ਗਏ। ਪਰ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਪਾਪੀਆਂ ਨੂੰ ਵੀ ਗੁਰੂ ਪਵਿੱਤਰ ਕਰ ਲੈਂਦਾ ਹੈ। ਐਸੀ ਨਾਮ ਦੀ ਮਹਿਮਾ ਹੈ। ਕਰ ਕਿਰਪਾ ਹਰ ਜਸ ਦੀਨੇ। ਪਰ ਇਹ ਦਾਤ ਉਹਨਾਂ ਨੂੰ ਪ੍ਰਾਪਤ ਹੋਈ ਹੈ ਜਿਨ੍ਹਾਂ ਦੇ ਉੱਪਰ ਗੁਰੂ ਕਿਰਪਾ ਕਰਕੇ ਆਪਣਾ ਜਸ ਕਰਨ ਵਾਸਤੇ ਦੇਵੇ। ਜਸ ਨਾਮ ਵਡਿਆਈ ਦਾ, ਜਿਨ੍ਹਾਂ ਨੂੰ ਗੁਰੂ ਨੇ ਆਪਣੀ ਵਡਿਆਈ ਕਰਨੀ ਦਿੱਤੀ ਹੈ, ਉਹੀ ਭਾਈ ਇਸ ਵਡਿਆਈ ਨੂੰ ਕਰ ਸਕਦੇ। ਪਰ ਵਡਿਆਈ ਉਹਨਾਂ ਨੇ ਕੀਤੀ ਹੈ ਜਿਨ੍ਹਾਂ ਦੇ ਉੱਪਰ ਉਹ ਕਿਰਪਾ ਕਰਦਾ ਹੈ। ਉਹਦੀ ਕਿਰਪਾ ਤੋਂ ਬਿਨਾਂ ਵਡਿਆਈ ਪ੍ਰਾਪਤ ਨਹੀਂ ਹੁੰਦੀ ਹੈ। ਜਦੋਂ ਗੁਰੂ ਘਰ ਆ ਕੇ ਨਕਮਸਤਕ ਹੁੰਦਾ, ਮੱਥਾ ਟੇਕਦਾ, ਉਦੋਂ ਅਰਦਾਸ ਕਰਿਆ ਕਰ ਭਾਵਨਾ ਦੇ ਨਾਲ, ਸਤਿਗੁਰੂ ਜੀ ਮੈਨੂੰ ਆਪਣਾ ਜਸ ਕਰਨਾ ਬਖਸ਼ਿਸ਼ ਕਰੋ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਬਚਨ ਨੇ, ਪਰਮਾਤਮਾ ਜਿਸ ਨੂੰ ਤੁਸੀਂ ਆਪਣੀ ਸਿਫਤ ਬਖਸ਼ਿਸ਼ ਕਰਦੇ ਹੋ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਸਲਾਹ ਤੋਂ ਭਾਵ ਸਲੋਤ ਕਰਨੀ, ਵਡਿਆਈ ਕਰਨੀ ਹੈ। ਪਰਮਾਤਮਾ ਜੇ ਸਿੱਖ ਨੂੰ ਤੁਸੀਂ ਸਿਫਤ ਤੇ ਸਲੋਤ ਕਰਨ ਦੀ ਇਹ ਜਿਹੜੀ ਤਾਕਤ ਬਖਸ਼ਿਸ਼ ਕਰਦੇ ਹੋ, ਇਹ ਬਖਸ਼ਿਸ਼ ਕਰਦੇ ਹੋ, ਹਿੰਮਤ ਦਿੰਦੇ ਹੋ, ਉਦਮ ਦਿੰਦੇ ਹੋ, ਸਮਾਂ ਦਿੰਦੇ ਹੋ ਅਤੇ ਇਹ ਸਭ ਕੁਝ ਦੇ ਕੇ ਉਸ ਨੂੰ ਆਪਣੀ ਬੰਦਗੀ ਤੇ ਸਿਫਤ ਕਰਾਉਂਦੇ ਹੋ। ਨਾਨਕ ਪਾਤਸ਼ਾਹੀ ਪਾਤਸ਼ਾਹ ਹੋ। ਉਹ ਤੇ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਹੈ। ਉਹਦੇ ਸਾਹਮਣੇ ਦੁਨੀਆ ਦੇ ਬਾਦਸ਼ਾਹ ਵੀ ਮੰਗਤੇ ਨੇ, ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੀ ਸਿਫਤ ਦਾ ਖਜ਼ਾਨਾ ਦੇ ਦਿੱਤਾ ਹੈ। ਵੱਡੇ ਵੱਡੇ ਬਾਦਸ਼ਾਹ ਉਹਨਾਂ ਦੇ ਕੋਲੋਂ ਮੰਗਦੇ ਵੇਖੇ ਗਏ। ਮਹਾਰਾਜ ਕਹਿਣ ਲੱਗੇ, ਭਾਈ ਕਰ ਕਿਰਪਾ ਹਰ ਜਸ ਦੀਨੇ। ਜਿਨ੍ਹਾਂ ਨੂੰ ਕਿਰਪਾ ਕਰਕੇ ਗੁਰੂ ਨੇ ਆਪਣਾ ਜਸ ਬਖਸ਼ਿਸ਼ ਕੀਤਾ ਹੈ, ਉਹ ਗੁਰਮੁਖ ਜਸ ਕਰਕੇ ਰਾਜਿਆਂ ਦੇ ਵੀ ਵੱਡੇ ਰਾਜੇ ਬਣ ਗਏ। ਐਸੀ ਸਿਫਤ ਪ੍ਰਮਾਤਮਾ ਦੀ ਵੱਡੀ ਹੈ। ਪਾਰ ਬ੍ਰਹਮ ਕਰੇ ਪ੍ਰਤਪਾਲਾ। ਪਾਰ ਬ੍ਰਹਮ ਪਰਮੇਸ਼ਰ ਹੈ, ਉਹ ਭਾਈ ਸਾਰਿਆਂ ਦੀ ਪਾਲਣਾ ਕਰਦਾ। ਜੇ ਅਸੀਂ ਨਾਮ ਜਪਾਂਗੇ ਤਾਂ ਵੀ, ਜੇ ਅਸੀਂ ਨਾਮ ਨਹੀਂ ਜਪਾਂਗੇ ਤਾਂ ਵੀ ਉਹ ਪਾਲਣਾ ਕਰਦਾ। ਇਹ ਨਹੀਂ ਕਿ ਕੋਈ ਬਾਣੀ ਪੜ੍ਹੇਗਾ ਤੇ ਉਹਦੀ ਪਾਲਣਾ ਹੋਵੇਗੀ, ਨਹੀਂ ਪੜ੍ਹੇਗਾ ਤੇ ਨਹੀਂ ਹੋਵੇਗੀ। ਪਾਪੀ ਵੀ ਪਲਦੇ ਨੇ, ਚੋਰ ਵੀ ਪਲਦੇ ਨੇ, ਕੁਕਰਮ ਕਰਨ ਵਾਲੇ ਵੀ ਪਲਦੇ ਪਏ। ਉਹ ਪਰਮਾਤਮਾ ਜਦੋਂ ਫਲ ਦਿੰਦਾ ਹੈ, ਉਸ ਵੇਲੇ ਮਨੁੱਖ ਦੇ ਕਰਮਾਂ ਵੱਲ ਨਹੀਂ ਉਹ ਦੇਖਦਾ ਵੀ ਇਹ ਕਿਹੋ ਜਿਹਾ ਕਰਮ ਕਰਦਾ ਹੈ, ਉਹ ਦਈ ਜਾ ਰਿਹਾ ਹੈ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਾਰਿਆਂ ਦੀ ਉਹ ਪਾਲਣਾ ਕਰਦਾ। ਜਿਹੋ ਜਿਹਾ ਕਰਮ ਤੂੰ ਕਰੇਗਾ, ਪਾਪ ਦੇ ਜਾਂ ਪੁੰਨ ਦੇ, ਉਹਨਾਂ ਦਾ ਫਲ ਤੈਨੂੰ ਆਪਣੇ ਆਪ ਮਿਲ ਜਾਣਾ। ਪਰ ਪਾਲਣਾ ਉਹ ਸਾਰਿਆਂ ਦੀ ਕਰਦਾ, ਪਾਪੀ ਦੀ ਵੀ ਕਰਦਾ, ਪੁੰਨੀ ਦੀ ਵੀ ਕਰਦਾ ਹੈ। ਸਾਰਿਆਂ ਦੀ ਪਾਲਣਾ ਕਰਨ ਵਾਲਾ ਪਰਮੇਸ਼ਰ ਹੈ। ਸਤ ਜੀ ਸੰਗ ਰਖਵਾਲਾ। ਸਦਾ ਹੀ ਇਸ ਜੀਵ ਦੇ ਨਾਲ ਰਾਖੀ ਕਰਨ ਵਾਲਾ। ਐਸ ਲੋਕ ਦੇ ਵਿੱਚ ਵੀ ਰਾਖੀ ਹੁੰਦੀ ਹੈ, ਪਰਲੋਕ ਦੇ ਵਿੱਚ ਵੀ ਹੁੰਦੀ ਹੈ। ਐਸ ਲੋਕ ਦੇ ਵਿੱਚ ਰਾਖੀ ਕਰਨ ਦੀਆਂ ਕਿੰਨੀਆਂ ਸਾਖੀਆਂ। ਹੁਣੇ ਆਪਾਂ ਭਾਈ ਮਰਦਾਨਾ ਜੀ ਦੀ ਰੱਖਿਆ ਦੀ ਸਾਖੀ ਸਰਵਣ ਕੀਤੀ ਹੈ। ਭਗਤ ਪ੍ਰਹਿਲਾਦ ਦੀ ਰੱਖਿਆ ਦੀ ਸਾਖੀ ਆਪਾਂ ਕਈ ਵਾਰੀ ਸਰਵਣ ਕੀਤੀ ਹੈ। ਭਗਤ ਕਬੀਰ ਸਾਹਿਬ ਜੀਆਂ ਨੂੰ ਗੰਗਾ ਦੀ ਲਹਿਰ ਵਿੱਚ ਸੁੱਟਿਆ ਗਿਆ, ਉੱਥੇ ਰੱਖਿਆ ਹੋਈ ਹੈ। ਕਦੇ ਉਹਨਾਂ ਨੂੰ ਬੰਨ੍ਹ ਕੇ ਹਾਥੀ ਅੱਗੇ ਸੁੱਟਿਆ ਜਾਂਦਾ ਹੈ, ਉੱਥੇ ਰੱਖਿਆ ਹੋਈ ਹੈ। ਇਸੇ ਤਰ੍ਹਾਂ ਭਗਤ ਨਾਮਦੇਵ ਦੀ ਰੱਖਿਆ ਪਰਮਾਤਮਾ ਨੇ ਕੀਤੀ ਹੈ। ਇਹ ਬੇਅੰਤ ਤੇ ਅਨੰਤ ਸਾਖੀਆਂ ਇਹੋ ਜਿਹੀਆਂ ਜਿਹੜੀਆਂ ਇਸ ਗੱਲ ਨੂੰ ਸਿੱਧ ਕਰਦੀਆਂ ਕਿ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ, ਉਹਨਾਂ ਤੇ ਦੁੱਖ ਦਾ ਸਮਾਂ ਆਉਣ ਨਹੀਂ ਦਿੰਦਾ ਹੈ। ਸਦ ਜੀ ਸੰਗ ਰਖਵਾਲਾ, ਉਹ ਸਦਾ ਹੀ ਇਸ ਜੀਵ ਦੀ ਰਾਖੀ ਕਰਨ ਵਾਲਾ ਐਸਾ ਉਹ ਪਰਮਾਤਮਾ ਹੈ। ਹਰ ਦਿਨ ਰਹਿਣ ਕੀਰਤਨ ਗਾਈਐ। ਪਰਮਾਤਮਾ ਦੇ ਭਾਈ ਦਿਨੇ ਰਾਤ ਕੀਰਤਨ ਕਰਨਾ ਕਰੀਏ। ਕੀਰਤਨ ਤੋਂ ਭਾਵ ਹੈ ਵਡਿਆਈ, ਕੀਰਤੀ, ਜਸ, ਸ਼ੋਭਾ। ਕਹਿਣ ਲੱਗੇ ਭਾਈ ਐਸੇ ਪਰਮਾਤਮਾ ਦੀ ਸ਼ੋਭਾ ਵਡਿਆਈ ਦਿਨੇ ਰਾਤ ਕਰ। ਕਿਹੜੀ ਵਡਿਆਈ ਕਰਨੀ ਹੈ? ਉਹ ਵਡਿਆਈ ਇੰਨੀ ਵੱਡੀ ਹੈ ਜਿਸ ਦੇ ਸਾਹਮਣੇ ਰਤਨ ਵੀ ਕੁਝ ਨਹੀਂ। ਦੁਨੀਆ ਵਿੱਚ ਰਤਨ ਨੂੰ ਬੜਾ ਮਹਿੰਗਾ ਮੰਨਿਆ ਜਾਂਦਾ ਹੈ, ਪਰ ਰਤਨ ਤੇ ਐਸ ਲੋਕ ਦੇ ਵਿੱਚ ਹੀ ਹੈ। ਪਰਮਾਤਮਾ ਦਾ ਨਾਮ ਰਤਨ ਇਹੋ ਜਿਹਾ ਹੈ ਜਿਹੜਾ ਪਰਲੋਕ ਦੇ ਵਿੱਚ ਵੀ ਤੇਰੀ ਵਡਿਆਈ ਕਰਾਉਣ ਵਾਲਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਹਰ ਦਿਨ ਰਹਿਣ ਕੀਰਤਨ ਗਾਈਐ। ਕੀਰਤਨ ਤੋਂ ਭਾਵ ਹੈ ਵਡਿਆਈ, ਕੀਰਤੀ ਕਰਨੀ, ਜਸ ਕਰਨਾ। ਦਿਨੇ ਰਾਤ ਪਰਮਾਤਮਾ ਦਾ ਜਸ ਕਰ।
ਇਹ ਨਾ ਸੋਚਿਆ ਕਰ ਵੀ ਹੁਣ ਸਮਾਂ ਇੰਨਾ ਹੋ ਗਿਆ ਹੁਣ ਮੈਂ ਇਹ ਕੰਮ ਨਹੀਂ ਕਰ ਸਕਦਾ। ਦੁਨੀਆ ਵਿੱਚ ਕਿਸੇ ਨੂੰ ਮਿਲਣ ਜਾਣਾ ਬੁਲਾਉਣ ਜਾਣਾ ਤੇ ਸਾਨੂੰ ਟਾਈਮ ਵੇਖਣਾ ਪੈਂਦਾ। ਇਸ ਵੇਲੇ ਸੁੱਤਾ ਹੋਵੇਗਾ ਜਾਗਦਾ ਹੋਵੇਗਾ ਕਿ ਨਹੀਂ, ਘਰੇ ਹੋਵੇਗਾ ਕਿ ਬਾਹਰ ਹੋਵੇਗਾ, ਬੜਾ ਕੁਝ ਦੇਖਣਾ ਪੈਂਦਾ। ਪਰਮਾਤਮਾ ਨੂੰ ਯਾਦ ਕਰਨ ਲੱਗਿਆਂ ਨਾ ਸਮੇਂ ਦੀ ਚਿੰਤਾ, ਨਾ ਸੌਣ ਜਾਗਣ ਦੀ ਚਿੰਤਾ, ਨਾ ਇਹ ਵੇਖਣਾ ਵੀ ਉਹ ਹੈ ਕਿ ਨਹੀਂ ਹੈ, ਉਹ ਤੇ ਸਦ ਹਾਜ਼ਰ ਨਾਜ਼ਰ ਹੈ। ਇਸ ਕਰਕੇ ਉਹਦੇ ਨਾਮ ਨੂੰ ਦਿਨੇ ਰਾਤ ਜਪਿਆ ਕਰ, ਐਸੀ ਤੇਰੀ ਵਡਿਆਈ ਉਹ ਪ੍ਰਮਾਤਮਾ ਕਰੇਗਾ। ਬਹੁ ਨਾ ਜੋਨੀ ਪਾਈਐ, ਫਿਰ ਜੂਨੀ ਕਹੀਏ ਜੂਨਾਂ ਵਿੱਚ ਨਹੀਂ ਆਵੇਂਗਾ, ਜਨਮਾਂ ਵਿੱਚ ਨਹੀਂ ਆਵੇਂਗਾ, ਕਿਉਂਕਿ ਅਸੀਂ ਕੰਮ ਕੋਈ ਕਰਾਂਗੇ ਉਹਦਾ ਫਲ ਵੇਖੀਦਾ ਕੀ ਮਿਲੇਗਾ। ਪਰਮਾਤਮਾ ਦਾ ਨਾਮ ਜਪੇਗਾ, ਫਲ ਕੀ ਚਾਹੀਦਾ ਹੈ, ਉਹ ਫਲ ਇਹ ਮਿਲੇਗਾ ਕਿ ਜਨਮਾਂ ਵਿੱਚ ਨਹੀਂ ਆਵੇਗਾ। ਇਹ ਦੁਨੀਆ ਦੇ ਪਦਾਰਥ ਤੇ ਨਿੱਕੀਆਂ ਨਿੱਕੀਆਂ ਵਸਤੂਆਂ ਨੇ, ਇਹ ਆਪਣੇ ਆਪ ਹੀ ਮਿਲ ਜਾਣੀਆਂ, ਪਰ ਸਾਰਿਆਂ ਤੋਂ ਵੱਡਾ ਫਲ ਪਰਮਾਤਮਾ ਦੇ ਘਰੋਂ ਮੁਕਤੀ ਮਿਲਣੀ ਹੈ। ਇਹ ਨਾਮ ਤੇ ਮੁਕਤੀ ਵੀ ਦਵਾ ਦਿੰਦਾ ਹੈ। ਇਹ ਦੁਨੀਆ ਦੇ ਪਦਾਰਥ ਤੇ ਇਹ ਆਪਣੇ ਆਪ ਹੀ ਮਿਲ ਜਾਣੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਹੁੜ ਨਾ ਜੂਨੀ ਪਾਈ ਹੈ। ਇਹ 84 ਲੱਖ ਜੂਨਾਂ ਵਿੱਚ ਦੁਨੀਆ ਪਈ ਹੋਈ, ਪਰ ਜਿਨ੍ਹਾਂ ਨੇ ਬੰਦਗੀ ਕੀਤੀ ਹੈ, ਨਾਮ ਜਪਿਆ, ਉਹ ਫਿਰ ਜਨਮਾਂ ਵਿੱਚ ਨਹੀਂ ਆਉਂਦੇ ਹਨ। ਜਿਸ ਦੇਵੈ ਪੁਰਖ ਵਿਧਾਤਾ, ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਇਹ ਨਾਮ ਜਪਦਾ ਕੌਣ ਹੈ? ਤੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਜਿਸ ਦੇਵੈ, ਜਿਹਨੂੰ ਦਿੰਦਾ ਹੈ ਪੁਰਖ ਵਿਧਾਤਾ, ਜੋ ਫਲ ਵਰਦਾਤਾ ਪਰਮਾਤਮਾ ਹੈ, ਜਿਸ ਨੂੰ ਬਖਸ਼ਿਸ਼ ਕਰਕੇ ਆਪ ਦੇ ਦੇਵੇ, ਨਾਮ ਦੀ ਖੈਰ ਪਾ ਦੇਵੇ, ਉਹੀ ਨਾਮ ਜਪ ਸਕਦਾ ਹੈ। ਸੋ ਇੱਕ ਜਗਨ ਦੇ ਨਾਲ ਹਨ, ਇੱਕ ਨਾ ਸੁਤਿਆਂ ਦੇ ਉਠਾਲ। ਪਰਮਾਤਮਾ ਦੀ ਆਪਣੀ ਮੌਜ ਹੈ, ਜੇ ਚਾਹਵੇ ਤੇ ਜਿਹੜਾ ਬੇਫਿਕਰ ਹੈ ਨਾ, ਜਿਹਨੂੰ ਨਾਮ ਬਾਰੇ ਕੋਈ ਪਤਾ ਨਹੀਂ ਹੈ, ਗੁਰਬਾਣੀ ਬਾਰੇ ਕੋਈ ਪਤਾ ਨਹੀਂ ਹੈ, ਪਰਮਾਤਮਾ ਜੇ ਚਾਹਵੇ ਤੇ ਉਹਨੂੰ ਵੀ ਸੋਝੀ ਦੇ ਕੇ ਨਾਮ ਦੇ ਨਾਲ ਜੋੜ ਦਿੰਦਾ ਹੈ। ਜਿਸ ਦੇਵੈ ਪੁਰਖ ਵਿਧਾਤਾ, ਫਲ ਵਰਦਾਤਾ ਪਰਮਾਤਮਾ, ਜਿਨ੍ਹਾਂ ਨੂੰ ਨਾਮ ਦੀ ਵਡਿਆਈ ਦਿੰਦਾ ਹੈ, ਉਹਨਾਂ ਗੁਰਮੁਖਾਂ ਨੇ ਨਾਮ ਜਪਿਆ ਹੈ। ਹਰ ਰਸ ਤਿਨ ਹੀ ਜਾਤਾ, ਸਤਿਗੁਰੂ ਪਾਤਸ਼ਾਹ ਫਰਮਾਉਂਦੇ ਹਰੀ ਦਾ ਰਸ ਵੀ ਉਹਨੇ ਜਾਣਿਆ, ਨਾਮ ਦਾ ਰਸ ਵੀ ਉਹਨੂੰ ਆਇਆ ਜਿਹਨੇ ਨਾਮ ਜਪਿਆ। ਹੁਣ ਜਿੰਨਾ ਚਿਰ ਭੋਜਨ ਬਣਿਆ ਅਸੀਂ ਆਪਣੇ ਮੂੰਹ ਵਿੱਚ ਪਾ ਨਹੀਂ ਲੈਂਦੇ, ਉਹਨਾਂ ਚਿਰ ਕਿਵੇਂ ਦੱਸਾਂਗੇ ਵੀ ਇਹ ਕੌੜਾ ਹੈ ਕਿ ਮਿੱਠਾ ਹੈ, ਇਹਦੇ ਵਿੱਚ ਨਮਕ ਘੱਟ ਹੈ ਕਿ ਵੱਧ ਹੈ? ਉਹ ਉਦੋਂ ਪਤਾ ਲੱਗੇਗਾ ਜਦੋਂ ਜ਼ੁਬਾਨ ਦੇ ਉੱਪਰ ਰੱਖਾਂਗੇ, ਫਿਰ ਪਤਾ ਲੱਗਦਾ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਦਾ ਰਸ ਕੀ ਹੁੰਦਾ, ਇਹ ਉਹਨਾਂ ਚਿਰ ਨਹੀਂ ਦੱਸ ਸਕਦੇ ਜਿੰਨਾ ਚਿਰ ਜਪਦੇ ਨਹੀਂ ਆ। ਜੇ ਕੇਵਲ ਆਖੀਏ ਵੀ ਜਪੇ ਤੋਂ ਬਿਨਾਂ ਹੀ ਮੈਂ ਦੱਸ ਦਿਆਂ ਵੀ ਨਾਮ ਦਾ ਰਸ ਕੀ ਹੈ, ਨਹੀਂ ਦੱਸਿਆ ਜਾਏਗਾ। ਭੋਜਨ ਬਣਿਆ ਹੋਇਆ, ਭੋਜਨ ਛਕੇਗਾ ਫਿਰ ਦੱਸ ਸਕਦਾ ਵੀ ਸਵਾਦ ਕਿੰਨਾ। ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਹੈ। ਮਹਾਰਾਜ ਕਹਿੰਦੇ ਜੇ ਜਪੇਗਾ ਤੇ ਤਾਂ ਹੀ ਦੱਸੇਗਾ ਵੀ ਰਸ ਕੀ ਹੈ, ਪਰ ਜਿਨ੍ਹਾਂ ਨੇ ਜਪਿਆ ਹੈ ਹਰ ਰਸ ਤਿਨ ਹੀ ਜਾਤਾ, ਉਹਨਾਂ ਗੁਰਮੁਖਾਂ ਨੇ ਉਹਦੇ ਰਸ ਨੂੰ ਜਾਣਿਆ, ਉਹਨਾਂ ਨੇ ਉਹਦੇ ਸਵਾਦ ਨੂੰ ਜਾਣਿਆ, ਜਿਨ੍ਹਾਂ ਨੇ ਉਹਦੇ ਨਾਮ ਨੂੰ ਜਪਿਆ ਹੈ। ਜਮ ਕੰਕੜ ਨੇੜ ਨਾ ਆਇਆ, ਸਤਿਗੁਰੂ ਬਖਸ਼ਿਸ਼ ਕਰਦੇ ਨਾਮ ਜਪਣ ਵਾਲਿਆਂ ਨੂੰ ਜਮ ਕੰਕਰ, ਜਿਹੜਾ ਜਮ ਹੈ ਨਾ ਜਮਦੂਤ, ਜਮਦੂਤ ਦੇ ਜਿਹੜੇ ਕੰਕਰ ਕਹੀਏ ਦਾਸ ਨੇ, ਉਹ ਨੇੜੇ ਨਹੀਂ ਆਉਂਦੇ ਗੁਰਮੁਖਾਂ ਦੇ। ਜਮ ਕੌਣ ਹੈ? ਧਰਮ ਰਾਜਾ। ਤੇ ਧਰਮ ਰਾਜਾ ਦੇ ਜਿਹੜੇ ਦੂਤ ਨੇ, ਜਿਹੜੇ ਜੀਵ ਨੂੰ ਪਕੜ ਕੇ ਲੈ ਕੇ ਜਾਂਦੇ, ਅਜਰਾਈਲ ਮੇਕਾਈਲ ਵਰਗੇ, ਕਹਿੰਦੇ ਗੁਰਮੁਖਾਂ ਦੇ ਉਹ ਵੀ ਨੇੜੇ ਨਹੀਂ ਆਉਂਦੇ ਹਨ। ਜਮ ਕੰਕਰ ਨੇੜ ਨਾ ਆਇਆ। ਇਹ ਜਮ ਜਿਹੜੇ ਨੇ ਉਹਨਾਂ ਗੁਰਮੁਖਾਂ ਦੇ ਕੰਕਰ ਕਹੀਏ ਦਾਸ ਬਣ ਜਾਂਦੇ, ਸੇਵਕ ਬਣ ਜਾਂਦੇ, ਉਹਨਾਂ ਦੇ ਨੇੜੇ ਨਹੀਂ ਆਉਂਦੇ ਜਿਨ੍ਹਾਂ ਨੇ ਨਾਮ ਨੂੰ ਜਪਿਆ ਹੈ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਹਨ ਸੁਖ ਨਾਨਕ ਸਰਣੀ ਪਾਇਆ, ਗੁਰਮੁਖਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ, ਸਤ ਸੰਗਤ ਦੀ ਸ਼ਰਨ ਵਿੱਚ ਆ ਕੇ ਸੁਖ ਹੀ ਸੁਖ ਪਾਇਆ ਹੈ। ਸੰਗਤ ਵਿੱਚੋਂ ਦੁੱਖ ਨਹੀਂ ਪ੍ਰਾਪਤ ਹੁੰਦਾ, ਸੰਗਤ ਵਿੱਚ ਜਦੋਂ ਮਿਲੇਗਾ ਸੁਖ ਹੀ ਪ੍ਰਾਪਤ ਹੁੰਦਾ ਹੈ। ਸੁਖ ਨਾਨਕ ਸਰਣੀ ਪਾਇਆ। ਸੰਗਤ ਵਿੱਚ ਆ ਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ, ਦੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਦੁੱਖ ਤੇ ਸੰਸਾਰੀ ਲੋਕਾਂ ਕੋਲੋਂ ਪ੍ਰਾਪਤ ਹੁੰਦੇ, ਸੰਗਤ ਵਿੱਚ ਨਿਰੰਕਾਰ ਵਸਦਾ ਹੈ, ਤੇ ਨਿਰੰਕਾਰ ਜਿੱਥੇ ਵਸਦਾ ਹੋਵੇ ਉਥੋਂ ਦੁੱਖ ਨਹੀਂ ਹੈ, ਉਥੋਂ ਸੁਖ ਦੀ ਪ੍ਰਾਪਤੀ ਹੁੰਦੀ ਹੈ। ਕਈ ਵਾਰੀ ਅਸੀਂ ਡਰ ਜਾਂਦੇ ਕਿ ਇਸ ਸਥਾਨ ਤੇ ਅਸੀਂ ਕਥਾ ਜਾਂ ਕੀਰਤਨ ਸੁਣਦੇ ਪਏ,
ਅਤੇ ਬਹੁਤ ਜ਼ਿਆਦਾ ਸੰਗਤ ਦਾ ਇਕੱਠ ਹੋ ਗਿਆ ਹੈ। ਇਕੱਠ ਹੋਣ ਕਰਕੇ ਸਾਨੂੰ ਕਿਤੇ ਕਰੋਨਾ ਹੀ ਨਾ ਲੱਗ ਜਾਵੇ, ਡਰ ਪੈਦਾ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਡਰਿਆ ਨਾ ਕਰ ਭਾਈ, ਸੁਖ ਨਾਨਕ ਸਰਣੀ ਪਾਇਆ। ਗੁਰੂ ਨਾਨਕ ਦੀ ਸ਼ਰਨ ਵਿੱਚ ਉਤੇ ਸੁਖ ਪ੍ਰਾਪਤ ਹੁੰਦਾ ਹੈ। ਇਥੋਂ ਦੁੱਖ ਰੂਪ ਬਿਮਾਰੀ ਪ੍ਰਾਪਤ ਨਹੀਂ ਹੁੰਦੀ ਹੈ। ਇਹ ਗਰੰਟੀ ਹੈ ਗੁਰੂ ਪਾਤਸ਼ਾਹ ਕਹਿੰਦੇ ਸਾਡੇ ਵੱਲੋਂ। ਇਹ ਮਨ ਵਿੱਚੋਂ ਫਿਕਰ ਦੂਰ ਕਰ ਦੇ ਕਿ ਤੈਨੂੰ ਦੁੱਖ ਮਿਲੇਗਾ। ਗੁਰੂ ਨਾਨਕ ਦੀ ਸ਼ਰਨ ਵਿੱਚ ਆਇਆ, ਇਥੋਂ ਸੁਖ ਹੀ ਸੁਖ ਲੈ ਕੇ ਜਾਵੇਂਗਾ। ਐਸੀਆਂ ਦਾਤਾਂ ਪ੍ਰਾਪਤ ਹੁੰਦੀਆਂ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਜੋ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਤਿਨਹੀ ਜਾਤਾ। ਜਮ ਕੰਕੜ ਨੇਰ ਨ ਆਇਆ, ਸੁਖ ਨਾਨਕ ਸਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ।